गुड मॉर्निंग स्टूडेंट्स। बेटा अज आप करन जा रहे हैं लैसन नंबर 14 हिस्टरी का अहमद शाह अब्दाली के हमले ਅਤੇ पंजाब विच मुगल शासन का पतन। अज आप अहमद शाह अब्दाली बारे पढ़ांगे बेटा। पहला हैगा जी दी जान पछाण। अहमद शाह अब्दाली ईरान ਅਤੇ अफगानिस्तान का शासक नादर शाह का योग सैनापति सी। ਜਦੋਂ 1739 ਈਸਵੀ ਵਿੱਚ ਨਾਦਰ ਸ਼ਾਹ ਨੇ ਦਿੱਲੀ ਤੇ ਹਮਲਾ ਕੀਤਾ ਤਾਂ ਅਹਿਮਦ ਸ਼ਾਹ ਅਬਦਾਲੀ ਵੀ ਉਸ ਦੇ ਨਾਲ ਸੀ। ਉਸ ਸਮੇਂ ਮੁਗਲ ਸਮਰਾਟ ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦਾ ਸ਼ਾਸਕ ਸੀ। ਨਾਦਰ ਸ਼ਾਹ ਨੇ ਆਪਣੇ 5 ਮਹੀਨਿਆਂ ਜਨਵਰੀ ਤੋਂ ਮਈ 1739 ਈਸਵੀ ਦੇ ਠਹਿਰਨ ਦੇ ਸਮੇਂ ਦਿੱਲੀ ਨੂੰ ਖੂਬ ਲੁੱਟਿਆ ਅਤੇ ਕਰੋੜਾਂ ਰੁਪਈਆਂ ਦਾ ਧਨ ਦੌਲਤ ਲੈ ਕੇ ਵਾਪਸ ਈਰਾਨ ਆ ਗਿਆ। ਜਦੋਂ ਜੂਨ 1747 ਈਸਵੀ ਵਿੱਚ ਨਾਦਰ ਸ਼ਾਹ ਦੀ ਹੱਤਿਆ ਹੋਈ ਤਾਂ ਅਹਿਮਦ ਸ਼ਾਹ ਅਬਦਾਲੀ ਦੁਰਾਨੀ ਦੀ ਪਦਵੀ ਧਾਰਨ ਕਰਕੇ ਅਫਗਾਨਿਸਤਾਨ ਦਾ ਸੁਤੰਤਰ ਸ਼ਾਸਕ ਬਣ ਗਿਆ। ਪੰਜਾਬ ਵਿੱਚ ਭਾਰਤ ਦੀ ਰਾਜਨੀਤਿਕ ਸਥਿਤੀ ਤੋਂ ਅਹਿਮਦ ਸ਼ਾਹ ਅਬਦਾਲੀ ਪਹਿਲਾਂ ਹੀ ਜਾਣੂ ਸੀ। ਉੱਥੇ ਉਸ ਸਮੇਂ ਅਸ਼ਾਂਤੀ ਫੈਲੀ ਹੋਈ ਸੀ। ਹੁਣ ਕੀ ਆ ਬੇਟਾ ਕਿ ਜਾਣੂ ਕਿਉਂ ਸੀ? ਕਿਉਂਕਿ ਜਿਸ ਸਮੇਂ ਨਾਦਰ ਸ਼ਾਹ ਸ਼ਾਸਕ ਸੀਗਾ, ਸੈਨਾਪਤੀ ਅਹਿਮਦ ਸ਼ਾਹ ਅਬਦਾਲੀ ਰਿਹਾ ਹੈ। ਜਿੰਨੇ ਟਾਈਮ ਨਾਦਰ ਸ਼ਾਹ ਨੇ ਭਾਰਤ ਉੱਤੇ ਹਮਲੇ ਕੀਤੇ ਆ ਉਸ ਸਮੇਂ ਅਹਿਮਦ ਸ਼ਾਹ ਅਬਦਾਲੀ ਜਿਹੜਾ ਆ ਉਹ ਨਾਦਰ ਸ਼ਾਹ ਦੇ ਨਾਲ ਆਂਦਾ ਰਿਹਾ ਆ। ਠੀਕ ਆ ਜੀ, ਜਿਹਦੇ ਕਰਕੇ ਉਹਨੂੰ ਭਾਰਤ ਦੀ ਸਥਿਤੀ ਬਾਰੇ ਜਿਹੜਾ ਆ ਉਹ ਹਮੇਸ਼ਾ ਹੀ ਪਤਾ ਹੁੰਦਾ ਸੀ। ਅੱਗੇ ਮੁਗਲ ਬਾਦਸ਼ਾਹ ਦੀ ਸ਼ਾਸਨ ਤੇ ਪਕੜ ਢਿੱਲੀ ਹੋ ਚੁੱਕੀ ਸੀ। ਅਜਿਹੇ ਹਾਲਾਤਾਂ ਦਾ ਫਾਇਦਾ ਉਠਾਉਂਦੇ ਹੋਏ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਅਤੇ ਭਾਰਤ ਤੇ ਹਮਲਾ ਕਰਕੇ ਕਬਜ਼ਾ ਕਰਨ ਦਾ ਨਿਸ਼ਚਾ ਕੀਤਾ। ਅਗਲੇ 20 ਸਾਲਾਂ 1747 ਤੋਂ 1767 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਤੇ 8 ਵਾਰ ਹਮਲੇ ਕੀਤੇ। ਆਪਣੇ ਪਹਿਲੇ 4 ਹਮਲਿਆਂ 1747 ਤੋਂ 1757 ਨਾਲ ਉਸਨੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਅੰਤ ਕਰਕੇ ਇਸ ਪ੍ਰਾਂਤ ਨੂੰ ਆਪਣੇ ਅਧੀਨ ਕਰ ਲਿਆ। ਪੰਜਵੇਂ ਹਮਲੇ 1759-1761 ਈਸਵੀ ਵਿੱਚ ਉਸਨੇ ਮਰਾਠਿਆਂ ਨੂੰ ਪਾਣੀਪਤ ਦੇ ਤੀਸਰੀ ਲੜਾਈ 1761 ਈਸਵੀ ਵਿੱਚ ਬੁਰੀ ਤਰ੍ਹਾਂ ਹਰਾ ਕੇ ਪੰਜਾਬ ਵਿੱਚ ਉਹਨਾਂ ਦੀ ਸ਼ਕਤੀ ਨੂੰ ਖਤਮ ਕਰ ਦਿੱਤਾ। ਪੰਜਾਬ ਵਿੱਚ ਮੁਗਲਾਂ ਅਤੇ ਮਰਾਠਿਆਂ ਦੇ ਪ੍ਰਭਾਵ ਦੇ ਖਤਮ ਹੋਣ ਨਾਲ ਉਹ ਇੱਥੇ ਰਾਜਨੀਤਿਕ ਸਥਿਤੀ ਦੇ ਰੂਪ ਵਿੱਚ ਸਿੱਖ ਹੀ ਬਚੇ ਸਨ। ਇਸ ਲਈ ਪੰਜਾਬ ਤੇ ਅਧਿਕਾਰ ਕਰਨ ਲਈ ਸਭ ਤੋਂ ਪਹਿਲਾਂ ਉਹਨਾਂ ਦੀ ਸ਼ਕਤੀ ਨੂੰ ਕੁਚਲਣਾ ਜ਼ਰੂਰੀ ਸੀ। ਇਸ ਲਈ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਤੇ ਆਪਣੇ ਆਖਰੀ 5 ਹਮਲੇ 1762 ਤੋਂ 1767 ਸਿੱਖਾਂ ਦੇ ਵਿਰੁੱਧ ਕੀਤੇ। ਸਿੱਖਾਂ ਨੇ ਵੀ ਗੁਰੀਲਾ ਯੁੱਧ ਪ੍ਰਣਾਲੀ ਦੁਆਰਾ ਬੜੀ ਸਫਲਤਾਪੂਰਵਕ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਸਾਹਮਣਾ ਕੀਤਾ। ਹਰ ਸੰਭਵ ਯਤਨ ਕਰਨ ਤੇ ਵੀ ਅਬਦਾਲੀ ਉਹਨਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ। ਸਿੱਟੇ ਵਜੋਂ ਸਿੱਖਾਂ ਨੇ ਪੰਜਾਬ ਵਿੱਚ 12 ਮਿਸਲਾਂ ਦੇ ਰੂਪ ਵਿੱਚ ਸੁਤੰਤਰ ਰਾਜ ਸਥਾਪਿਤ ਕਰ ਲਏ। ਹੁਣ ਕੀ ਆ ਬੇਟਾ, ਪੂਰੀ ਇੰਟਰੋਡਕਸ਼ਨ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਜਿਹੜੇ ਆ ਹਮਲਿਆਂ ਬਾਰੇ ਦੱਸਿਆ ਕਿ ਉਹਨੂੰ ਕਿਵੇਂ ਗੱਦੀ ਪ੍ਰਾਪਤ ਹੋਈ ਆ। ਉਸ ਤੋਂ ਬਾਅਦ ਆਪਣੇ ਜਿਵੇਂ ਮੁਗਲਾਂ ਦਾ ਅੰਤ ਕੀਤਾ ਉਹਨੇ, ਠੀਕ ਆ ਜੀ। ਪਰ ਲਾਸਟ ਦੇ ਉੱਤੇ ਜਦੋਂ ਜਿਹੜੇ ਸਿੱਖ ਬਚਦੇ ਨੇ, ਠੀਕ ਆ ਜੀ, ਸਿੱਖਾਂ ਨੂੰ ਉਹ ਅਸਫਲ ਰਿਹਾ ਆ ਉਹਨਾਂ ਨੂੰ ਖਤਮ ਕਰਨ ਦੇ ਵਿੱਚ। ਠੀਕ ਆ, ਗੁਰੀਲਾ ਯੁੱਧ ਪ੍ਰਣਾਲੀ ਜਿਹੜੀ ਆ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਖਿਲਾਫ ਵੀ ਅਪਣਾਈ ਸੀਗੀ। ਔਰ ਲਾਸਟ ਦੇ ਉੱਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਨੂੰ ਕੁਚਲਣ ਵਿੱਚ ਅਸਫਲ ਰਿਹਾ ਤਾਂ ਸਿੱਖਾਂ ਨੇ ਪੰਜਾਬ ਵਿੱਚ 12 ਮਿਸਲਾਂ ਦੇ ਰੂਪ ਵਿੱਚ ਸੁਤੰਤਰ ਰਾਜ ਸਥਾਪਿਤ ਕੀਤਾ ਸੀ। ਹਾਂਜੀ ਬੇਟਾ, ਅੱਗੇ ਆਪਾਂ ਪੜਾਂਗੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕਾਰਨ ਜਾਂ ਉਦੇਸ਼। ਇਹ ਅਹਿਮਦ ਸ਼ਾਹ ਅਬਦਾਲੀ ਦੇ ਕੀ ਕਾਰਨ ਸੀਗੇ ਕਿ ਉਹਨੇ ਪੰਜਾਬ ਤੇ ਹੀ ਹਮਲਾ ਕੀਤਾ? ਕਿਉਂ ਉਹ ਭਾਰਤ ਦੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰਨਾ ਚਾਹੁੰਦਾ ਸੀ? ਪਹਿਲਾ ਹੈਗਾ ਅਹਿਮਦ ਸ਼ਾਹ ਅਬਦਾਲੀ ਦੇ ਉੱਚੇ ਮਨਸੂਬੇ ਹੁੰਦੇ ਆ ਜਿਹੜਾ ਵੱਧ ਤੋਂ ਵੱਧ ਰਾਜਾਂ ਉੱਤੇ, ਵੱਧ ਤੋਂ ਵੱਧ ਦੇਸ਼ਾਂ ਨੂੰ ਕਬਜ਼ਾ ਕਰਨਾ ਚਾਹੁੰਦਾ ਹੋਵੇ, ਵੱਧ ਮਨਸੂਬਿਆਂ ਵਾਲਾ। ਅਹਿਮਦ ਸ਼ਾਹ ਅਬਦਾਲੀ ਇੱਕ ਉੱਚੇ ਮਨਸੂਬਿਆਂ ਵਾਲਾ ਸ਼ਾਸਕ ਸੀ। ਉਹ ਭਾਰਤ ਦੇ ਸਰਹੱਦੀ ਪ੍ਰਾਂਤ ਪੰਜਾਬ ਤੇ ਅਧਿਕਾਰ ਕਰਕੇ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ। ਉਸ ਦੀ ਇਹ ਇੱਛਾ ਸੀ ਕਿ ਉਸ ਦੇ ਪੰਜਾਬ ਤੇ ਹਮਲਿਆਂ ਦਾ ਹੀ ਮੁੱਖ ਕਾਰਨ ਸੀ, ਮਤਲਬ ਕਿ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ, ਜਿਹਦੇ ਕਰਕੇ ਕੀ ਆ ਉਹਦੀ ਇਹ ਇੱਛਾ ਅੱਗੇ ਵੱਧ ਸਕੇ ਤਾਂ ਹੀ ਉਹਨੇ ਪੰਜਾਬ ਤੇ ਹਮਲੇ ਕੀਤੇ ਆ। ਅੱਗੇ ਬੇਟਾ ਸੈਕਿੰਡ ਪੁਆਇੰਟ, ਭਾਰਤ ਦੀ ਅਪਾਰ ਧਨ ਦੌਲਤ। ਪ੍ਰਾਚੀਨ ਕਾਲ ਤੋਂ ਹੀ ਭਾਰਤ ਵਿੱਚ ਬੇਸ਼ੁਮਾਰ ਧਨ ਦੌਲਤ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ। ਇਸ ਦੇਸ਼ ਦੇ ਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਦੀ ਆਰਥਿਕ ਖੁਸ਼ਹਾਲੀ ਸਦੀਆਂ ਤੋਂ ਹੀ ਆਰੀਆ, ਯੂਨਾਨੀਆਂ, ਇਰਾਨੀਆਂ, ਸ਼ੱਕਾਂ, ਹੂਣਾ, ਕੁਸ਼ਾਣਾਂ, ਮੰਗੋਲਾਂ ਆਦਿ ਦੀ ਖਿੱਚ ਦਾ ਕੇਂਦਰ ਬਣੀ ਰਹੀ। ਅਹਿਮਦ ਸ਼ਾਹ ਅਬਦਾਲੀ ਨੇ
ਵੀ ਇੱਥੋਂ ਦੀ ਧਨ ਦੌਲਤ ਲੁੱਟਣ ਲਈ 8 ਵਾਰ ਹਮਲੇ ਕੀਤੇ। ਹੁਣ ਕੀ ਆ ਕਿ ਭਾਰਤ ਦੀ ਧਨ ਦੌਲਤ ਖਾਸ ਕਰਕੇ ਜਿਹੜਾ ਪੰਜਾਬ ਪ੍ਰਾਂਤ ਆ ਉਹ ਧਨੀ ਹੀ ਰਿਹਾ ਆ, ਖੁਸ਼ਹਾਲ ਹੀ ਰਿਹਾ ਆ ਪੈਸੇ ਦੇ ਪੱਖੋਂ। ਜਿਹੜੇ ਜਿੰਨੇ ਵੀ ਕਹਿ ਸਕਦੇ ਆ ਕਿ ਜਿੰਨੇ ਵੀ ਹਮਲਾਵਰ ਆਏ ਨੇ, ਚਾਹੇ ਆਰੀਆ ਨੇ, ਯੂਨਾਨੀ ਨੇ, ਜਿੰਨੇ ਵੀ ਹਮਲਾਵਰ ਆਏ ਨੇ, ਇੱਥੋਂ ਖਿੱਚ ਦਾ ਕਾਰਨ ਵੀ ਇਹੀ ਰਿਹਾ ਆ ਕਿ ਇੱਥੇ ਅਪਾਰ ਧਨ ਦੌਲਤ ਸੀ। ਇਸੇ ਕਰਕੇ ਅਹਿਮਦ ਸ਼ਾਹ ਅਬਦਾਲੀ ਇੱਕ ਕਾਰਨ ਸੀਗਾ ਕਿ ਅਹਿਮਦ ਸ਼ਾਹ ਅਬਦਾਲੀ ਇੱਥੋਂ ਦੀ ਧਨ ਦੌਲਤ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ। ਅਫਗਾਨਿਸਤਾਨ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ। ਅਹਿਮਦ ਸ਼ਾਹ ਅਬਦਾਲੀ ਬਚਪਨ ਵਿੱਚ ਇੱਕ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਆਪਣੀ ਯੋਗਤਾ ਦੇ ਬਲ 'ਤੇ ਉਹ ਨਾਦਰ ਸ਼ਾਹ ਦਾ ਸੈਨਾਪਤੀ ਬਣ ਗਿਆ, ਪਰੰਤੂ 1747 ਈਸਵੀ ਵਿੱਚ ਜਦੋਂ ਨਾਦਰ ਸ਼ਾਹ ਦੀ ਹੱਤਿਆ ਤੋਂ ਬਾਅਦ ਅਫਗਾਨਿਸਤਾਨ ਦਾ ਸ਼ਾਸਕ ਬਣਿਆ ਤਾਂ ਉਹ ਉੱਥੋਂ ਦੇ ਬਹੁਤ ਸਾਰੇ ਸਰਦਾਰ ਉਸ ਦੇ ਆਮ ਘਰਾਣੇ ਨਾਲ ਸੰਬੰਧ ਹੋਣ ਦੇ ਕਾਰਨ ਉਸ ਨੂੰ ਆਪਣਾ ਸ਼ਾਸਕ ਸਵੀਕਾਰ ਕਰਨ ਲਈ ਤਿਆਰ ਨਹੀਂ ਸਨ। ਅਹਿਮਦ ਸ਼ਾਹ ਅਬਦਾਲੀ ਦਾ ਵਿਚਾਰ ਸੀ ਕਿ ਪੰਜਾਬ ਅਤੇ ਭਾਰਤ ਵਿੱਚ ਸੈਨਿਕ ਸਫਲਤਾਵਾਂ ਪ੍ਰਾਪਤ ਕਰਨ ਲਈ ਅਫਗਾਨ ਲੋਕਾਂ ਦੇ ਮਨ ਵਿੱਚ ਉਸ ਦੇ ਪ੍ਰਤੀ ਵਫਾਦਾਰੀ ਵਧੇਗੀ ਅਤੇ ਇਸ ਨਾਲ ਉਸ ਦੀ ਅਫਗਾਨਿਸਤਾਨ ਵਿੱਚ ਸਥਿਤੀ ਮਜ਼ਬੂਤ ਹੋ ਸਕਦੀ ਹੈ। ਮਤਲਬ ਕੀ ਆ ਕਿ ਅਹਿਮਦ ਸ਼ਾਹ ਅਬਦਾਲੀ ਜਿਹੜਾ ਇੱਕ ਸਧਾਰਨ ਪਰਿਵਾਰ ਦੇ ਨਾਲ ਹੀ ਸੰਬੰਧ ਰੱਖਦਾ ਸੀਗਾ, ਜਿਹਦੇ ਕਰਕੇ ਉੱਥੋਂ ਦੇ ਅਫਗਾਨਿਸਤਾਨ ਦੇ ਲੋਕ ਜਿਹੜੇ ਆ ਉਹਦੀ ਇੱਜ਼ਤ ਨਹੀਂ ਸੀ ਕਰਦੇ। ਜਿਹਦੇ ਇਸੇ ਸਥਿਤੀ ਦੇ ਕਾਰਨ ਅਗਰ ਉਹਨੂੰ ਲੱਗਦਾ ਸੀ ਕਿ ਕਿਸੇ ਹੋਰ ਦੇਸ਼ ਨੂੰ ਜਿੱਤੇਗਾ ਤਾਂ ਉਹਦੇ ਆਪਣੇ ਲੋਕ ਜਿਹੜੇ ਨੇ ਉਹਦੀ ਇੱਜ਼ਤ ਕਰਨਾ ਸ਼ੁਰੂ ਕਰ ਦੇਣਗੇ, ਉਹਦੇ ਮਾਨ ਸਨਮਾਨ ਵਿੱਚ ਵਾਧਾ ਹੋਵੇਗਾ। ਅੱਗੇ ਹੈਗਾ ਆ ਭਾਰਤ ਦੀ ਅਨੁਕੂਲ ਰਾਜਨੀਤਿਕ ਦਸ਼ਾ। ਉਸ ਸਮੇਂ ਭਾਰਤ ਅਤੇ ਪੰਜਾਬ ਦੀ ਅਨੁਕੂਲ ਰਾਜਨੀਤਿਕ ਦਸ਼ਾ ਨੇ ਵੀ ਅਹਿਮਦ ਸ਼ਾਹ ਅਬਦਾਲੀ ਨੂੰ ਇੱਥੇ ਹਮਲੇ ਕਰਨ ਲਈ ਉਕਸਾਇਆ। ਉਸ ਸਮੇਂ ਮੁਗਲ ਸਮਰਾਟ ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦਾ ਸ਼ਾਸਕ ਸੀ। ਉਹ ਇੱਕ ਅਯੋਗ ਸ਼ਾਸਕ ਸੀ ਅਤੇ ਰੰਗ ਰਲੀਆਂ ਵਿੱਚ ਡੁੱਬਿਆ ਰਹਿਣ ਦੇ ਕਾਰਨ ਉਸ ਦਾ ਨਾਂ ਰੰਗੀਲਾ ਪੈ ਗਿਆ। ਸ਼ਾਸਨ ਦੀ ਅਸਲੀ ਵਾਗ ਦੌੜ ਉਸ ਦੇ ਮੰਤਰੀਆਂ ਦੇ ਹੱਥ ਸੀ ਜੋ ਇੱਕ ਦੂਜੇ ਦੇ ਵਿਰੁੱਧ ਸਾਜ਼ਿਸ਼ਾਂ ਕਰਦੇ ਰਹਿੰਦੇ ਸਨ। ਇਸ ਨਾਲ ਸਾਮਰਾਜ ਵਿੱਚ ਅਰਾਜਕਤਾ ਫੈਲੀ ਹੋਈ ਸੀ। ਪੰਜਾਬ ਦੇ ਮੁਗਲ ਗਵਰਨਰਾਂ ਦੇ ਵਿਰੁੱਧ ਸਿੱਖਾਂ ਦੀ ਵਿਦਰੋਹ ਕੀਤਾ ਹੋਇਆ ਸੀ, ਜਿਸ ਨਾਲ ਇੱਥੇ ਚੌਹਾਂ ਪਾਸਿਓਂ ਅਵਿਵਸਥਾ ਅਤੇ ਅਸ਼ਾਂਤੀ ਦਾ ਵਾਤਾਵਰਣ ਸੀ। ਅਜਿਹੇ ਹਾਲਾਤਾਂ ਦਾ ਫਾਇਦਾ ਉਠਾਉਂਦੇ ਹੋਏ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ 'ਤੇ ਹਮਲਾ ਕਰਕੇ ਇਸ ਨੂੰ ਆਪਣਾ ਅਧਿਕਾਰ ਕਰਨ ਦਾ ਨਿਸ਼ਚਾ ਕੀਤਾ। ਕਿ ਰਾਜਨੀਤਿਕ ਦਸ਼ਾ ਕੀ ਸੀ ਕਿ ਜਿਹੜਾ ਮੁਹੰਮਦ ਸ਼ਾਹ ਰੰਗੀਲਾ ਸੀਗਾ ਉਹਦਾ ਰਾਜ ਸੀਗਾ, ਇੰਨਾ ਐਸ਼ੋ ਪ੍ਰਸਤੀ ਵਾਲਾ ਸ਼ਾਸਕ ਸੀਗਾ, ਰੰਗ ਰਲੀਆਂ ਵਿੱਚ ਡੁੱਬਿਆ ਰਹਿੰਦਾ ਸੀ, ਜਿਹਦਾ ਕਰਕੇ ਲੋਕਾਂ ਨੇ ਉਹਨੂੰ ਨਾਮ ਦਿੱਤਾ ਰੰਗੀਲਾ। ਇੰਨੀ ਅਰਾਜਕਤਾ ਹੋਣ ਕਰਕੇ ਸਾਰੀ ਵਾਗਦੌੜ ਮੰਤਰੀਆਂ ਦੇ ਹੱਥ ਵਿੱਚ ਸੀ। ਮੰਤਰੀ ਸਾਜ਼ਿਸ਼ਾਂ ਰਚਦੇ ਰਹਿੰਦੇ ਸੀਗੇ। ਚਾਰੇ ਪਾਸੇ ਸਿੱਖਾਂ ਨੇ ਵੀ ਜਿਹੜਾ ਆ ਘੇਰਾ ਪਾਇਆ ਹੋਇਆ ਸੀਗਾ। ਸੋ ਅਵਿਵਸਥਾ ਤੇ ਅਸ਼ਾਂਤੀ ਦਾ ਦੌਰ ਸੀਗਾ ਕਿ ਕੋਈ ਵੀ ਖੁਸ਼ ਨਹੀਂ ਸੀਗਾ। ਇਸ ਕਰਕੇ ਕੀ ਆ ਅਹਿਮਦ ਸ਼ਾਹ ਅਬਦਾਲੀ ਇੱਥੇ ਹਮਲਾ ਕਰਕੇ ਇਸ ਰਾਜ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕਰਨਾ ਚਾਹੁੰਦਾ ਸੀ। ਅੱਗੇ ਹੈਗਾ ਆ ਅਹਿਮਦ ਅਬਦਾਲੀ ਦਾ ਭਾਰਤ ਵਿੱਚ ਪੁਰਾਣਾ ਤਜਰਬਾ। ਕੀ ਆ 1739 ਈਸਵੀ ਵਿੱਚ ਜਦੋਂ ਨਾਦਰ ਸ਼ਾਹ ਨੇ ਦਿੱਲੀ 'ਤੇ ਹਮਲਾ ਕੀਤਾ ਤਾਂ ਅਹਿਮਦ ਸ਼ਾਹ ਅਬਦਾਲੀ ਵੀ ਉਸ ਦੇ ਸੈਨਾਪਤੀਆਂ ਦੇ ਰੂਪ ਵਿੱਚ ਇੱਥੋਂ ਆਇਆ ਸੀ। ਉਸਨੇ ਪੰਜਾਬ ਅਤੇ ਦਿੱਲੀ ਦੀ ਰਾਜਨੀਤਿਕ ਸਥਿਤੀ ਅਤੇ ਲੋਕਾਂ ਦੀ ਲੜਾਈ ਦੇ ਢੰਗ, ਉਹਨਾਂ ਦੇ ਮਨੋਬਲ, ਉਹਨਾਂ ਦੀ ਲੜਨ ਦੀ ਸਮਰੱਥਾ ਆਦਿ ਨੂੰ ਪੂਰਾ ਤਜਰਬਾ ਪ੍ਰਾਪਤ ਕਰ ਲਿਆ ਸੀ। ਇਸ ਤਰ੍ਹਾਂ ਜਦੋਂ ਅਹਿਮਦ ਸ਼ਾਹ ਅਬਦਾਲੀ ਆਪ ਸ਼ਾਸਕ ਬਣਿਆ ਤਾਂ ਉਸ ਦੇ ਮਨ ਵਿੱਚ ਭਾਰਤ ਦੇ ਅਧਿਕਾਰ ਕਰਨ ਦੀ ਲਾਲਚ ਪੈਦਾ ਹੋ ਗਈ, ਕਿਉਂਕਿ ਆਪਣੇ ਪਹਿਲੇ ਤਜਰਬੇ ਦੇ ਆਧਾਰ 'ਤੇ ਉਸ ਨੂੰ ਜਿੱਤ ਦੀ ਪੂਰੀ ਆਸ ਸੀ। ਹੁਣ ਕੀ ਆ ਕਿ ਉਹਨੂੰ ਪਤਾ ਸੀਗਾ ਕਿ ਜਿਹੜਾ ਆ ਇੰਨਾ ਲੋਕਾਂ ਦੇ ਵਿੱਚ ਤਜਰਬਾ ਕਿ ਲੜਨ ਦਾ ਜਿਹੜਾ ਜਜ਼ਬਾ ਆ, ਸੋ ਇਸ ਕਰਕੇ ਪਹਿਲੇ ਜਦੋਂ 1739 ਈਸਵੀ ਵਿੱਚ ਨਾਦਰ ਸ਼ਾਹ ਦੇ ਨਾਲ ਭਾਰਤ ਆਇਆ ਸੀਗਾ ਤਾਂ ਉਹ ਇਸ ਗੱਲ ਤੋਂ ਉਹਨੇ ਤਜਰਬਾ ਲੈ ਚੁੱਕਿਆ ਸੀਗਾ। ਉਹਨੂੰ ਲੱਗਦਾ ਸੀਗਾ ਕਿ ਅਗਰ ਉਹ ਦੂਜੀ ਵਾਰ ਇੱਥੇ ਹਮਲਾ ਕਰੇਗਾ ਤਾਂ ਉਹ ਜ਼ਰੂਰ ਹੀ ਕੀ ਆ ਜਿੱਤ ਪ੍ਰਾਪਤ ਕਰ ਲਵੇਗਾ। ਅੱਗੇ ਹੈਗਾ ਸ਼ਾਹ ਨਵਾਜ਼ ਖਾਂ ਦਾ ਸੱਦਾ ਤਤਕਾਲੀ ਕਾਰਨ। ਹੁਣ ਮੇਨ ਕਾਰਨ ਕੀ ਆ ਕਿ ਸ਼ਾਹ ਨਵਾਜ਼ ਖਾਂ ਨੇ ਜਿਹੜਾ ਆ ਅਹਿਮਦ ਸ਼ਾਹ ਅਬਦਾਲੀ ਨੂੰ ਸੱਦਾ ਵੀ ਦਿੱਤਾ ਸੀ। ਉਹ ਕਿਵੇਂ ਸੀ ਸੱਦਾ? 1746 ਈਸਵੀ ਦੇ ਅਖੀਰ ਵਿੱਚ ਲਾਹੌਰ ਦਾ ਸੂਬੇਦਾਰ ਯਾਹੀਆ ਖਾਂ ਅਤੇ ਉਸਦੇ ਭਰਾ ਸ਼ਾਹ ਨਵਾਜ਼ ਖਾਂ ਵਿੱਚ ਲਾਹੌਰ ਦੀ ਸੂਬੇਦਾਰੀ ਲਈ ਗ੍ਰਹਿ ਯੁੱਧ ਹੁੰਦਾ ਕਿ ਜਿਹੜਾ ਆਪਸ ਦੇ ਘਰਾਣੇ ਵਿੱਚ ਯੁੱਧ ਛਿੜ ਗਿਆ ਜੋ ਲਗਭਗ 5 ਮਹੀਨੇ ਤੱਕ ਚੱਲਿਆ। ਇਸ ਵਿੱਚ ਸਫਲਤਾ ਪ੍ਰਾਪਤ ਕਰਕੇ ਸ਼ਾਹ ਨਵਾਜ਼ ਖਾਂ ਮਾਰਚ 1747 ਈਸਵੀ ਨੂੰ ਸੂਬੇਦਾਰ ਬਣਿਆ, ਪਰ ਦਿੱਲੀ ਦਾ ਵਜ਼ੀਰ ਕਮਰੂਦੀਨ ਉਸ ਦਾ ਵਿਰੋਧੀ ਸੀ ਕਿਉਂਕਿ ਉਹ ਯਾਹੀਆ ਖਾਂ ਦਾ ਸਹੁਰਾ ਸੀ। ਇਸ ਲਈ ਸ਼ਾਹ ਨਵਾਜ਼ ਖਾਂ ਵਜ਼ੀਰ ਕਰਮੂਦੀਨ ਦੇ ਸਹਿਯੋਗ ਤੇ
ਨਹੀਂ ਕਰ ਸਕਦਾ ਸੀ। ਇਸ ਲਈ ਉਸਦਾ ਝੁਕਾਅ ਅਹਿਮਦ ਸ਼ਾਹ ਅਬਦਾਲੀ ਵੱਲ ਹੋ ਗਿਆ। ਸ਼ਾਹ ਨਵਾਜ਼ ਖਾਂ ਨੇ ਜਲੰਧਰ ਦੁਆਬ ਦੇ ਫੌਜਦਾਰ ਅਦੀਨਾ ਬੇਗ ਦੀ ਸਲਾਹ ਨਾਲ ਅਫਗਾਨਿਸਤਾਨ ਦੇ ਸ਼ਾਸਕ ਅਸਮਦ ਸ਼ਾਹ ਅਬਦਾਲੀ ਨੂੰ ਸੱਦਾ ਭੇਜਿਆ। ਇੱਥੇ ਅਹਿਮਦ ਸ਼ਾਹ ਅਬਦਾਲੀ ਹੀ ਆ। ਉਸਨੇ ਅਹਿਮਦ ਸ਼ਾਹ ਅਬਦਾਲੀ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਉਹ ਅਬਦਾਲੀ ਉਸਨੂੰ ਲਾਹੌਰ ਦਾ ਗਵਰਨਰ ਅਤੇ ਦਿੱਲੀ ਦਾ ਵਜ਼ੀਰ ਬਣਾ ਦੇਵੇ ਤਾਂ ਉਹ ਭਾਰਤ ਨੂੰ ਜਿੱਤਣ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਸਹਾਇਤਾ ਕਰੇਗਾ। ਇਸੇ ਤਰ੍ਹਾਂ ਸ਼ਾਹ ਨਵਾਜ਼ ਖਾਂ ਦਾ ਸੱਦਾ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ 'ਤੇ ਹਮਲਿਆਂ ਦਾ ਤਕਾਲੀ ਕਾਰਨ ਬਣਿਆ। ਮਤਲਬ ਕੀ ਆ ਕਿ ਅਹਿਮਦ ਸ਼ਾਹ ਅਬਦਾਲੀ ਆਲਰੇਡੀ ਸੋਚ ਰਿਹਾ ਸੀਗਾ ਇਹ ਚੀਜ਼ ਕਿ ਕੋਈ ਨਾ ਕੋਈ ਉਹਨੂੰ ਤਰੀਕਾ ਮਿਲੇ ਕਿ ਉਹ ਭਾਰਤ ਉੱਤੇ ਪੰਜਾਬ ਉੱਤੇ ਹਮਲਾ ਕਰ ਸਕੇ, ਜਿਹਦੇ ਨਾਲ ਕੀ ਆ ਕਿ ਉਹ ਕਮ ਸੇ ਕਮ ਉਸ ਰਾਜ ਵਿੱਚ ਐਂਟਰ ਹੋਵੇ। ਸੋ ਸ਼ਾਹ ਨਵਾਜ਼ ਖਾਂ ਜਿਹੜਾ ਆ ਰਾਜਗੱਦੀ ਦੀ ਵਾਗਦੌੜ ਨੂੰ ਸੰਭਾਲਣ ਦੇ ਲਈ ਉਹਨੇ ਇਹ ਕੰਮ ਕਰ ਦਿੱਤਾ। ਸੱਦਾ ਉਹਨੇ ਆਪਣੀ ਤਰਫ ਤੋਂ ਅਬਦਾਲੀ ਨੂੰ ਦੇ ਦਿੱਤਾ।